ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਮਿੱਤ ਜਿੰਦਲ। ਹਾਂਜੀ ਪਿਆਰੇ ਵਿਦਿਆਰਥੀਓ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ CBSE ਵੱਲੋਂ ਕਲਾਸ 10th ਅਤੇ ਕਲਾਸ +2 ਦੇ ਪੇਪਰਾਂ ਦੀ ਡੇਟ ਸ਼ੀਟ ਹੈ ਜੋ ਜਾਰੀ ਕਰ ਦਿੱਤੀ ਗਈ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਲਾਸ 10th ਦਾ ਨਮੂਨੇ ਦਾ ਪ੍ਰਸ਼ਨ ਪੱਤਰ ਹੈ ਜੋ ਪੰਜਾਬੀ ਦਾ ਟਰਮ 1 ਦਾ ਪੇਪਰ ਜੋ ਤੁਹਾਡਾ ਨਵੰਬਰ ਦੇ ਵਿੱਚ ਹੋਣਾ ਹੈ। ਇਹ ਨਵੰਬਰ ਦੇ ਵਿੱਚ ਹੋਣਾ ਜੀ ਪੇਪਰ ਤੁਹਾਡਾ 17 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਜਿਵੇਂ ਡੇਟ ਸ਼ੀਟ ਆਏਗੀ ਪੰਜਾਬੀ ਦੇ ਪੇਪਰ ਨਾਲ ਸੰਬੰਧਿਤ ਇਹਨਾਂ ਦਿਨਾਂ ਦੇ ਵਿੱਚ ਇਹ ਤੁਹਾਡਾ ਪੰਜਾਬੀ ਦਾ ਪੇਪਰ ਹੈ ਜੋ ਲਿਆ ਜਾਵੇਗਾ। ਇਹ ਟਰਮ 1 ਦਾ ਪੇਪਰ ਹੈ ਜੀ। ਇਹ ਨਮੂਨੇ ਦਾ ਪ੍ਰਸ਼ਨ ਪੱਤਰ ਪੰਜਾਬੀ ਦਾ ਕੋਡ ਹੈ 004 ਕਲਾਸ 10ਵੀਂ। ਕੁੱਲ ਸਮਾਂ ਜੋ ਪੇਪਰ ਕਰਨ ਦੇ ਲਈ ਮਿਲੇਗਾ ਜੀ ਤੁਹਾਨੂੰ 90 ਮਿੰਟ ਜਾਂ 1.5 ਘੰਟਾ ਅਤੇ 40 MCQ ਪ੍ਰਸ਼ਨਾਂ ਦੇ ਜੋ ਤੁਸੀਂ ਉੱਤਰ ਉਹਦੇ ਵਿੱਚ ਦੇਣੇ ਹੋਣਗੇ। ਹੁਣ ਦੇਖਦੇ ਹਾਂ ਜੀ ਇਹਦੇ ਲਈ ਕੀ ਨਿਰਦੇਸ਼ ਨੇ। ਇਹ CBSE ਦੀ ਸਾਈਟ ਤੋਂ ਡਾਊਨਲੋਡ ਕੀਤਾ ਗਿਆ ਸੈਂਪਲ ਪੇਪਰ ਹੈ ਜੀ। ਠੀਕ ਹੈ ਜੀ, ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਉਹਨਾਂ ਦਾ ਪਾਲਣ ਕਰੋ। ਇਹਦੇ ਵਿੱਚ ਲਿਖਿਆ ਗਿਆ ਜੀ ਸਾਰੇ ਪ੍ਰਸ਼ਨ ਲਾਜ਼ਮੀ ਨੇ। ਪ੍ਰਸ਼ਨਾਂ ਵਿੱਚ ਚੋਣ ਵੀ ਦਿੱਤੀ ਗਈ ਹੈ, ਉਸ ਨੂੰ ਧਿਆਨ ਨਾਲ ਵੇਖ ਕੇ ਹੱਲ ਕੀਤਾ ਜਾਵੇ। ਸਾਰੇ ਪ੍ਰਸ਼ਨ ਬਹੁ ਵਿਕਲਪੀ ਹਨ, MCQ ਦੇ ਵਿੱਚ ਨੇ ਜੀ ਸਾਰੇ, ਅਤੇ ਹਰ ਇੱਕ ਪ੍ਰਸ਼ਨ ਦਾ 1-1 ਨੰਬਰ ਹੈ। ਉੱਤਰ ਨੂੰ ਧਿਆਨ ਨਾਲ ਲਿਖਿਆ ਜਾਂ ਉੱਤਰ ਸ਼ੀਟ ਦੇ ਉੱਪਰ ਦਰਜ ਕੀਤਾ ਜਾਵੇ। ਹਾਂਜੀ 40 ਪ੍ਰਸ਼ਨ ਨੇ ਜੋ ਇਹਦੇ ਵਿੱਚ 40 ਪ੍ਰਸ਼ਨਾਂ ਦੇ ਤੁਸੀਂ ਉੱਤਰ ਦੇਣੇ ਨੇ। ਸ਼ੁਰੂ ਕਰਦੇ ਹਾਂ ਜੀ ਪੇਪਰ ਅੱਜ ਦਾ। ਸੈਂਪਲ ਪੇਪਰ ਕਲਾਸ 10th। ਹਾਂਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਜੀ ਤੁਹਾਨੂੰ 2 ਪੈਰੇ ਦਿੱਤੇ ਜਾਣਗੇ। ਹਰ ਇੱਕ ਪੈਰੇ ਦੇ ਵਿੱਚੋਂ 6-6 ਪ੍ਰਸ਼ਨ ਪੁੱਛੇ ਜਾਣਗੇ, ਜਿਹਦੇ ਵਿੱਚੋਂ ਤੁਸੀਂ 5 ਪ੍ਰਸ਼ਨਾਂ ਦਾ ਜੋ ਉੱਤਰ ਦੇਣਾ ਹੋਏਗਾ। ਇਹ ਪੈਰਾ ਜੀ ਤੁਸੀਂ ਧਿਆਨ ਦੇ ਨਾਲ ਵੀਡੀਓ ਨੂੰ ਪੌਜ਼ ਕਰਕੇ ਪੜ੍ਹ ਸਕਦੇ ਹੋ। ਕਰੋਨਾ ਅਲਾਮਤ ਨੇ 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਤਬਾਹੀ ਦੀ ਕਗਾਰ 'ਤੇ ਲਿਆ ਖੜਾ ਕੀਤਾ ਹੈ। ਇਸ ਨਾਮੁਰਾਦ ਬਿਮਾਰੀ ਨੇ ਲੋਕਾਂ ਨੂੰ ਬਹੁਤ ਹੀ ਖੌਫਨਾਕ ਝੰਜਟ ਵਿੱਚ ਫਸਾਇਆ ਹੈ। ਭਾਰਤੀ ਦੇ ਲੋਕ ਪਹਿਲੀ ਵਾਰ ਅਜਿਹੀ ਨਿਰਭਰ ਮਾਨਸਿਕਤਾ ਦੇ ਸ਼ਿਕਾਰ ਹੋਏ ਹਨ ਕਿ ਜੇ ਉਹ ਕੁਝ ਸੋਚਦੇ ਜਾਂ ਫੈਸਲਾ ਵੀ ਕਰਦੇ ਹਨ ਤਾਂ ਆਪ ਹੀ ਉਸ ਉੱਤੇ ਸ਼ੰਕੇ ਕਰਨ ਲੱਗ ਜਾਂਦੇ ਹਨ। ਕਰੋਨਾ ਅਲਾਮਤ ਨੇ ਸਿਹਤਮੰਦ ਸੰਸਾਰ ਦੇ ਸੰਕਲਪ ਅਤੇ ਦੇਸ਼ਾਂ ਦੀ ਆਰਥਿਕਤਾ 'ਤੇ ਡੂੰਘੀ ਸੱਟ ਹੀ ਨਹੀਂ ਮਾਰੀ, ਸਗੋਂ ਸਾਡੇ ਸਮਾਜਿਕ ਸੱਭਿਆਚਾਰਕ ਤਾਣੇ ਬਾਣੇ, ਸੰਗਠਿਤ ਵਿੱਦਿਅਕ ਢਾਂਚੇ ਅਤੇ ਤੰਦਰੁਸਤ ਮਾਨਸਿਕਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਕਰੋਨਾ ਕਾਲ ਦੇ ਲੋਕਡਾਊਨ ਦੇ ਵਕਫੇ ਸਮੇਂ ਭਾਰਤ ਦੇ ਲੋਕਾਂ ਦੀ ਮਜ਼ਬੂਤ ਮਾਨਸਿਕਤਾ ਦੀ ਨੀਂਹ ਹੀ ਹਿੱਲ ਗਈ। ਘਰਾਂ ਅੰਦਰ ਡੱਕੇ ਹੋਏ ਭਾਰਤੀ ਲੋਕ, ਖਾਸ ਕਰ ਸ਼ਹਿਰੀ, ਕਿਉਂਕਿ ਪਿੰਡਾਂ ਵਿੱਚ ਤਾਂ ਫਿਰ ਵੀ ਮਾਹੌਲ ਥੋੜ੍ਹਾ ਖੁੱਲ੍ਹਾ ਸੀ, ਅਜੀਬ ਜਿਹੀ ਮਾਨਸਿਕਤਾ ਦੇ ਸ਼ਿਕਾਰ ਹੋਣ ਲੱਗ ਪਏ। ਕਰੋਨਾ ਕਾਲ ਦੇ ਸ਼ੁਰੂ ਦੇ ਸਮੇਂ ਦੌਰਾਨ ਹਸਪਤਾਲ, ਡਿਸਪੈਂਸਰੀਆਂ ਆਦਿ ਦੂਜੀਆਂ ਹੋਰ ਬਿਮਾਰੀਆਂ ਲਈ ਭਾਵੇਂ ਬੰਦ ਰਹੇ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਲੋਕ ਬਿਮਾਰ ਵੀ ਘੱਟ ਹੋਏ। ਭਾਵ ਨਿੱਕੀਆਂ ਬਿਮਾਰੀ ਲਈ ਵੀ ਡਾਕਟਰ ਜਾਂ ਹਸਪਤਾਲ ਦਾ ਰੁੱਖ ਕਰਨ ਵਾਲੇ ਲੋਕਾਂ ਦੀ ਕਰੋਨਾ ਦੀ ਦਹਿਸ਼ਤ ਵਿੱਚ ਬਿਮਾਰੀ ਉੱਭਰ ਹੀ ਨਾ ਸਕੀ। ਹਰ ਬੰਦਾ ਅੰਦਰੋਂ ਤੰਦਰੁਸਤੀ ਦੀ ਧੁਨ ਕੱਢਦਾ ਸੀ। ਇਹ ਸੀ ਜੀ ਪਹਿਲਾ ਪੈਰਾ। ਹੁਣ ਦੇਖਦੇ ਹਾਂ ਜੀ ਪ੍ਰਸ਼ਨ ਪੁੱਛੇ ਗਏ ਨੇ। ਇਹਦੇ ਵਿੱਚੋਂ 6 ਪ੍ਰਸ਼ਨ ਪੁੱਛੇ ਜਾਣਗੇ, ਜਿਹਦੇ ਵਿੱਚੋਂ ਤੁਸੀਂ 5 ਪ੍ਰਸ਼ਨ ਕਰਨੇ ਨੇ। ਪਹਿਲਾ ਜੀ 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਕਿਸ ਅਲਾਮਤ ਨੇ ਤਬਾਹੀ ਦੀ ਕਗਾਰ 'ਤੇ ਲਿਆ ਖੜਾ ਕੀਤਾ ਹੈ। ਆਪਸ਼ਨ ਧਿਆਨ ਨਾਲ ਪੜ੍ਹਨੇ ਪਿਆਰੇ ਵਿਦਿਆਰਥੀਓ। ਕਾਹਲੀ ਦੇ ਵਿੱਚ ਕਈ ਵਾਰੀ ਬਿਨਾਂ ਆਪਸ਼ਨ ਪੜ੍ਹੇ ਤੁਸੀਂ ਉੱਤਰ ਲਗਾ ਦੇਣਾ, ਤਾਂ ਅਜਿਹਾ ਬਿਲਕੁਲ ਵੀ ਨਾ ਕਰਿਓ। ਪਹਿਲਾਂ ਪੈਰੇ ਨੂੰ 1 ਜਾਂ 2 ਵਾਰ ਘੱਟੋ ਘੱਟ ਰੀਡ ਕਰੋ, ਉਸ ਤੋਂ ਬਾਅਦ ਹੀ ਤੁਸੀਂ 4 MCQ ਧਿਆਨ ਨਾਲ ਦੇਖੋ ਅਤੇ ਉਸ ਤੋਂ ਬਾਅਦ ਹੀ ਤੁਸੀਂ ਆਪਣਾ ਆਨਸਰ ਟਿਕ ਕਰਨਾ ਹੈ। ਹਾਂਜੀ 2019 ਤੋਂ ਬਾਅਦ ਪੂਰੇ ਵਿਸ਼ਵ ਨੂੰ ਕਿਸ ਅਲਾਮਤ ਨੇ ਤਬਾਹੀ ਦੀ ਕਗਾਰ 'ਤੇ ਲਿਆ ਖੜਾ ਕੀਤਾ ਹੈ। ਇਹ ਹੈ ਜੀ ਤੀਜਾ, ਕਰੋਨਾ। ਅਗਲਾ ਪ੍ਰਸ਼ਨ ਹੈ ਜੀ ਕਰੋਨਾ ਅਲਾਮਤ ਨੇ ਕਿਸ ਸੰਕਲਪ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਹ ਹੈ ਜੀ ਸਿਹਤਮੰਦ ਸੰਸਾਰ ਦਾ ਜਿਹੜਾ ਸੰਕਲਪ ਹੈ ਇਸ ਨੂੰ ਇਹ ਪ੍ਰਭਾਵਿਤ ਕੀਤਾ ਹੈ। ਤੀਜਾ ਪ੍ਰਸ਼ਨ ਹੈ ਜੀ ਲਾਕਡਾਊਨ ਦੇ ਸਮੇਂ ਦੌਰਾਨ ਭਾਰਤ ਦੇ ਲੋਕਾਂ ਦੀ ਕਿਹੜੀ ਚੀਜ਼ ਦੀ ਨੀਂਹ ਹਿੱਲ ਗਈ। ਇਹ ਹੈ ਜੀ ਮਜ਼ਬੂਤ ਮਾਨਸਿਕਤਾ ਦੀ। ਤਾਂ ਪਿਆਰੇ ਵਿਦਿਆਰਥੀਓ ਤੁਸੀਂ ਕਾਹਲੀ ਨਹੀਂ ਕਰਨੀ, ਚਾਰੇ ਆਪਸ਼ਨ ਧਿਆਨ ਦੇ ਨਾਲ ਪੜ੍ਹਨੇ ਨੇ। ਚੌਥਾ ਪ੍ਰਸ਼ਨ ਹੈ ਜੀ ਲਾਕਡਾਊਨ ਦੇ ਦੌਰਾਨ ਕਿੱਥੇ ਥੋੜ੍ਹੀ ਬਹੁਤ ਖੁੱਲ੍ਹ ਰਹੀ ਸੀ ਜੀ ਪਿੰਡਾਂ ਦੇ ਵਿੱਚ, ਜਿਵੇਂ ਕਿ ਪੈਰੇ ਦੇ ਵਿੱਚ ਦੱਸਿਆ ਗਿਆ। ਅਗਲਾ ਕੁਐਸਚਨ ਹੈ ਜੀ ਪੰਜਵਾਂ, ਕਰੋਨਾ ਕਾਲ ਦੇ ਸ਼ੁਰੂ ਦੇ ਸਮੇਂ ਦੌਰਾਨ ਹਸਪਤਾਲ ਅਤੇ ਡਿਸਪੈਂਸਰੀਆਂ ਕਰੋਨਾ ਨੂੰ ਛੱਡ ਕੇ ਕਿਸ ਲਈ ਬੰਦ ਰਹੇ। ਹੁਣ ਦੇਖੋ ਜਿਹਦੇ ਵਿੱਚ ਡਾਕਟਰਾਂ ਲਈ ਤਾਂ ਖੁੱਲ੍ਹੇ ਸੀ, ਨਰਸਾਂ ਲਈ ਵੀ ਖੁੱਲ੍ਹੇ ਸੀ, ਤਾਂ 2-3 ਦਾ ਇਹਦਾ ਮਤਲਬ ਹੈਗਾ ਜੀ ਦੂਜੀਆਂ ਹੋਰ ਬਿਮਾਰੀਆਂ ਦੇ ਲਈ ਬੰਦ ਰਹੇ। ਲਾਸਟ ਪ੍ਰਸ਼ਨ ਹੈ ਜੀ ਨਿੱਕੀ ਬਿਮਾਰੀ ਲਈ ਡਾਕਟਰ ਜਾਂ ਹਸਪਤਾਲ ਦਾ ਰੁੱਖ ਕਰਨ ਵਾਲੇ ਲੋਕਾਂ ਦੀ
ਕਿਸ ਦੀ ਦਹਿਸ਼ਤ ਕਾਰਨ ਬਿਮਾਰੀ ਉੱਭਰ ਹੀ ਨਾ ਸਕੀ। ਇਹ ਸੀ ਦਹਿਸ਼ਤ ਜੀ, ਕਰੋਨਾ ਦੀ ਦਹਿਸ਼ਤ ਦੇ ਕਾਰਨ ਉਹਨਾਂ ਦੀ ਬਿਮਾਰੀ ਹੈ ਜਿਹੜੀ ਉਹ ਨਹੀਂ ਉੱਭਰ ਸਕੀ। ਤਾਂ 6 ਦੇ ਵਿੱਚੋਂ ਤੁਸੀਂ 5 ਪ੍ਰਸ਼ਨ ਕਰਨੇ ਆ। ਅੱਗੇ ਦੂਜਾ ਪੈਰਾ ਸ਼ੁਰੂ ਹੁੰਦਾ ਜੀ, ਕੁਦਰਤੀ ਖੇਤੀ ਤੋਂ ਆਰੰਭ ਹੋ ਕੇ ਅਜੋਕੀ ਮਸ਼ੀਨੀ ਖੇਤੀ ਤੱਕ ਪਹੁੰਚਣ ਦੇ ਵਕਫੇ ਦੌਰਾਨ ਖੇਤੀ ਨੇ ਬਹੁਤ ਸਾਰੇ ਉਤਾਰ ਚੜ੍ਹਾਅ ਵੇਖੇ ਹਨ। ਮਨੁੱਖੀ ਮਨ ਦੇ ਵਿਕਾਸ ਵਿੱਚ ਖੇਤੀ ਦੂਸਰਾ ਮਹੱਤਵਪੂਰਨ ਪੜਾਅ ਹੈ। ਜਿੱਥੇ ਮਨੁੱਖ ਦੀ ਟੈਰੀਟੋਰੀਅਲਟੀ ਬਦਲਦੀ ਹੈ। ਸੰਸਾਰ ਵਿੱਚ ਖੇਤੀ ਵਿਵਸਥਾ ਕਦੋਂ, ਕਿਸ ਖਿੱਤੇ ਵਿੱਚ ਤੇ ਕਿਵੇਂ ਸ਼ੁਰੂ ਹੋਈ? ਸਵਾਲ ਵਿਦਵਾਨਾਂ ਲਈ ਸਦਾ ਹੀ ਦਿਲਚਸਪੀ ਦਾ ਵਿਸ਼ਾ ਰਹੇ ਹਨ। ਕੰਦ ਮੂਲਾਂ ਅਤੇ ਜੰਗਲੀ ਜਾਨਵਰਾਂ ਦੇ ਕੱਚੇ ਮਾਸ ਦੇ ਸਹਾਰੇ ਆਪਣੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਕੇ ਅੱਜ ਦੇ ਇਸ ਆਧੁਨਿਕ ਜ਼ਮਾਨੇ ਵਿੱਚ ਪਹੁੰਚਣ ਵਾਲੇ ਮਨੁੱਖ ਦੇ ਪਿਛੋਕੜ ਵਿੱਚ ਇੱਕ ਲੰਮਾ ਇਤਿਹਾਸ ਕਾਰਜਸ਼ੀਲ ਹੈ। ਖੇਤੀ ਖੇਤਰ ਵਿੱਚ ਹੋਈਆਂ ਤਬਦੀਲੀਆਂ ਤੇ ਸਮਾਂ ਕਾਲ ਵਿਦਵਾਨਾਂ ਲਈ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ, ਕਿਉਂਕਿ ਇਹਨਾਂ ਤਬਦੀਲੀਆਂ ਬਾਰੇ ਬਹੁਤ ਘੱਟ ਇਤਿਹਾਸਿਕ ਜਾਣਕਾਰੀ ਮਿਲਦੀ ਹੈ। ਹੁਣ ਤੀਕ ਪ੍ਰਾਪਤ ਵੇਰਵਿਆਂ ਦੇ ਅਨੁਸਾਰ ਪੰਜਾਬ ਦੀ ਸੱਭਿਅਤਾ ਸੰਸਾਰ ਦੀ ਪ੍ਰਾਚੀਨ ਤੇ ਉੱਨਤ ਸੱਭਿਅਤਾਵਾਂ ਵਿੱਚੋਂ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਪਹਾੜੀ ਇਲਾਕਿਆਂ ਵਿਚਲੇ ਵਿਕਾਸ ਕਾਲ ਵਿੱਚ ਖੇਤੀ ਲੋਕਾਂ ਦਾ ਪ੍ਰਮੁੱਖ ਕਿੱਤਾ ਸੀ। ਵੈਦਿਕ ਕਾਲ ਤੱਕ ਪਹੁੰਚਦੇ ਖੇਤੀ ਕਾਫੀ ਉੱਨਤ ਹੋ ਗਈ। ਇਸੇ ਤਰ੍ਹਾਂ ਹਰਸ਼ਵਰਧਨ ਕਾਲ, ਗੁਪਤ ਕਾਲ, ਮੁਗਲ ਕਾਲ, ਸਿੱਖ ਰਾਜ ਕਾਲ, ਅੰਗਰੇਜ਼ੀ ਸ਼ਾਸਨ ਆਦਿ ਦੌਰਾਨ ਪੰਜਾਬ ਦੀ ਖੇਤੀ ਨੇ ਬਹੁਤ ਸਾਰੇ ਉਤਾਰ ਚੜ੍ਹਾਅ ਵੇਖੇ। ਆਮ ਤੌਰ 'ਤੇ ਬਹੁਤੇ ਮਾਨਵ ਵਿਗਿਆਨੀ ਖੇਤੀ ਦੀ ਉਤਪਤੀ ਨੂੰ ਇਸਤਰੀ ਨਾਲ ਜੋੜਦੇ ਹਨ। ਭਾਰਤੀ ਪੁਰਾਤੱਤਵ ਵਿਭਾਗ ਦੇ ਸਰਵੇਖਣ ਅਨੁਸਾਰ ਕਸ਼ਮੀਰ ਵਿੱਚ ਨਵ ਪੱਥਰ ਯੁੱਗ ਵਿੱਚ ਖੇਤੀ ਹੋਣ ਦੇ ਸਬੂਤ ਮਿਲੇ ਹਨ। ਇਹ ਸੀ ਜੀ ਦੂਜਾ ਪੈਰਾ। ਹੁਣ ਇਹਦੇ ਵੀ ਤੁਹਾਨੂੰ 6 ਪ੍ਰਸ਼ਨ ਦਿੱਤੇ ਗਏ ਨੇ, ਜਿਹਦੇ ਵਿੱਚੋਂ ਤੁਸੀਂ 5 ਪ੍ਰਸ਼ਨ ਕਰਨੇ ਨੇ। ਇਸ ਅੱਗੇ ਜੀ 7ਵਾਂ ਪ੍ਰਸ਼ਨ ਹੈ ਜੀ, ਇਹਦੇ ਵਿੱਚ ਮਨੁੱਖੀ ਸੱਭਿਆਚਾਰ ਦੇ ਵਿਕਾਸ ਵਿੱਚ ਦੂਜਾ ਮਹੱਤਵਪੂਰਨ ਪੜਾਅ ਕਿਹੜਾ ਹੈ? ਹਾਂਜੀ, ਦੂਜਾ ਮਹੱਤਵਪੂਰਨ ਪੜਾਅ ਹੈ ਜੀ ਖੇਤੀ ਦਾ ਪੜਾਅ। ਤਾਂ ਪਿਆਰੇ ਵਿਦਿਆਰਥੀਓ, ਜੋ ਨੰਬਰਿੰਗ ਦੀ ਸੀਰੀਜ਼ ਹੈ 1 ਤੋਂ ਕੰਟੀਨਿਊ ਚੱਲੂਗੀ, 40 ਤੱਕ ਅੱਗੇ ਚੱਲੂਗੀ, 50 ਤੱਕ ਜਿੰਨੇ ਵੀ ਆਪਸ਼ਨ ਹੋਣਗੇ ਤਾਂ ਸਾਰੀ ਕੰਟੀਨਿਊ ਚੱਲੂਗੀ ਇਹ। ਤਾਂ ਇਹਦੇ ਵਿੱਚੋਂ ਤੁਸੀਂ ਆਪਣੇ ਹਿਸਾਬ ਦੇ ਨਾਲ 5 ਪ੍ਰਸ਼ਨ ਕਰਨੇ ਨੇ। ਦੂਜਾ ਅਗਲਾ ਪ੍ਰਸ਼ਨ ਹੈ ਜੀ, ਖੇਤੀ ਖੇਤਰ ਵਿੱਚ ਹੋਈਆਂ ਡੈਸ਼ ਵਿਦਵਾਨਾਂ ਲਈ ਵਾਦ ਵਿਵਾਦ ਦਾ ਵਿਸ਼ਾ ਬਣਿਆ ਰਿਹਾ ਹੈ। ਇਹ ਹੈ ਜੀ ਤਬਦੀਲੀਆਂ ਤੇ ਸਮਾਂ ਕਾਲ। 9ਵਾਂ ਪ੍ਰਸ਼ਨ ਹੈ ਜੀ ਅੱਗੇ, ਹੁਣ ਤੀਕ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਦੀ ਸੱਭਿਅਤਾ ਸੰਸਾਰ ਦੀਆਂ ਕਿਹੋ ਜਿਹੀਆਂ ਸੱਭਿਅਤਾਵਾਂ ਵਿੱਚੋਂ ਹੈ? ਇਹ ਹੈ ਜੀ ਪ੍ਰਾਚੀਨ ਤੇ ਉੱਨਤ। ਅੱਗੇ ਜੀ 10ਵਾਂ ਪ੍ਰਸ਼ਨ, ਕੁਦਰਤੀ ਖੇਤੀ ਤੋਂ ਆਰੰਭ ਹੋ ਕੇ ਅਜੋਕੀ ਮਸ਼ੀਨੀ ਖੇਤੀ ਤੱਕ ਪਹੁੰਚਣ ਦੇ ਵਕਫੇ ਦੌਰਾਨ ਖੇਤੀ ਨੇ ਬਹੁਤ ਸਾਰੇ ਕੀ ਵੇਖੇ ਹਨ? ਤਾਂ ਖੇਤੀ ਨੇ ਜੀ ਬਹੁਤ ਸਾਰੇ ਉਤਾਰ ਚੜ੍ਹਾਅ ਵੇਖੇ ਹਨ। ਅੱਗੇ ਜੀ 11ਵਾਂ ਪ੍ਰਸ਼ਨ ਹੈ ਜੀ, ਆਮ ਤੌਰ 'ਤੇ ਬਹੁਤੇ ਮਾਨਵ ਵਿਗਿਆਨੀ ਖੇਤੀ ਦੀ ਉਤਪਤੀ ਨੂੰ ਕਿਸ ਨਾਲ ਜੋੜਦੇ ਹਨ? ਤਾਂ ਖੇਤੀ ਦੀ ਉਤਪਤੀ ਨੂੰ ਜੋੜਦੇ ਨੇ ਜੀ ਇਹ ਇਸਤਰੀ ਨਾਲ। ਅੱਗੇ ਜੀ 12ਵਾਂ ਪ੍ਰਸ਼ਨ ਤੇ ਅਖੀਰਲਾ ਪ੍ਰਸ਼ਨ ਹੈ ਜੀ ਪੈਰੇ ਦਾ, ਭਾਰਤੀ ਪੁਰਾਤੱਤਵ ਵਿਭਾਗ ਦੇ ਸਰਵੇਖਣ ਅਨੁਸਾਰ ਕਸ਼ਮੀਰ ਵਿੱਚ ਕਿਹੜੇ ਯੁੱਗ ਵਿੱਚ ਖੇਤੀ ਹੋਣ ਦੇ ਸਬੂਤ ਮਿਲੇ ਹਨ? ਇਹ ਮਿਲੇ ਨੇ ਜੀ ਨਵ ਪੱਥਰ ਦੇ ਵਿੱਚ। ਤਾਂ ਇਹਦੇ ਵਿੱਚੋਂ 6 ਕੁਐਸਚਨ ਸੀ, ਜਿਹਦੇ ਵਿੱਚੋਂ ਤੁਸੀਂ 5 ਕਰਨੇ ਸੀ। ਤਾਂ 10 ਨੰਬਰਾਂ ਦੇ ਪੈਰੇ ਆਪਣੇ ਕੰਪਲੀਟ ਹੋ ਚੁੱਕੇ ਨੇ। ਹਾਂਜੀ, ਅੱਗੇ ਗੱਲ ਕਰਦੇ ਹਾਂ ਜੀ ਪਾਰਟ ਸੀ, ਜਿਹਦੇ ਵਿੱਚ ਤੁਹਾਨੂੰ ਕਵਿਤਾ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਣਗੇ। ਹਰ ਮੋੜ ਚੱਲਦੀ ਕੁਲਾੜੀ ਕਿੰਨੀ ਚੰਗੀ ਲੱਗਦੀ, ਬਲਦਾਂ ਦੀ ਜੋੜੀ ਅੱਗੇ ਅੱਗੇ ਭੱਜਦੀ, ਬਲਦਾਂ ਨੂੰ ਚਾਚਾ ਚਾਵਾ ਨਾਲ ਹੱਕਦਾ, ਬੇਲਣੇ ਵਿੱਚ ਗੰਨੇ ਦਿੰਦਾ ਤਾਇਆ ਨਾ ਥੱਕਦਾ, ਗੰਨਿਆਂ ਦੀ ਭਰੀ ਛੱਜਾ ਗਿਆ ਸੁੱਟ ਕੇ, ਗੰਨੇ ਘੜੇ ਕਾਮਿਆਂ ਕਮਾਦੋਂ ਕੱਟ ਕੇ। ਤਾਂ ਇਹਦੇ ਵਿੱਚ ਵੀ ਪਿਆਰੇ ਵਿਦਿਆਰਥੀਓ ਤੁਹਾਨੂੰ 6 ਪ੍ਰਸ਼ਨ ਪੁੱਛੇ ਜਾਣਗੇ, ਜਿਹਦੇ ਵਿੱਚੋਂ ਤੁਸੀਂ 5 ਪ੍ਰਸ਼ਨਾਂ ਦੇ ਉੱਤਰ ਦੇਣੇ ਨੇ। ਬਿਲਕੁਲ ਸੌਖੇ ਜਿਹੇ ਪ੍ਰਸ਼ਨ ਨੇ। ਚੱਲਦੀ ਕੁਲਾੜੀ ਕਿਹੋ ਜਿਹੀ ਲੱਗਦੀ ਹੈ? ਚੰਗੀ। ਅੱਗੇ ਅੱਗੇ ਕੀ ਭੱਜਦਾ ਹੈ? ਅੱਗੇ ਅੱਗੇ ਭੱਜਦੇ ਆ ਜੀ ਬਲਦਾਂ ਦੀ ਜੋੜੀ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਬਲਦਾਂ ਨੂੰ ਚਾਵਾਂ ਨਾਲ ਕੌਣ ਹੱਕਦਾ? ਇਹ ਹੱਕਦਾ ਜੀ ਚਾਚਾ, ਚਾਵਾਂ ਨਾਲ ਬਲਦ ਹੱਕ ਰਿਹਾ। ਅੱਗੇ ਜੀ ਗੰਨਿਆਂ ਦੀ ਭਰੀ ਕੌਣ ਸੁੱਟ ਕੇ ਗਿਆ? ਇਹ ਗਿਆ ਜੀ ਛੱਜਾ। ਤਾਇਆ ਕੀ ਕਰਦਾ? ਥੱਕ ਨਹੀਂ ਰਿਹਾ ਹੈ। ਤਾਏ ਦਾ ਕੀ ਕੰਮ ਹੈ ਜੀ? ਇਹਦਾ ਬੇਲਣੇ ਦੇ ਵਿੱਚ ਗੰਨੇ ਦੇਣਾ। ਬੇਲਣੇ ਵਿੱਚ ਗੰਨੇ ਦਿੰਦਾ ਤਾਇਆ ਨਾ ਥੱਕਦਾ। ਅਗਲਾ ਅਖੀਰਲਾ ਪ੍ਰਸ਼ਨ ਹੈ ਜੀ ਕੁਲਾੜੀ ਸ਼ਬਦ ਦੇ ਕੀ ਅਰਥ ਨੇ? ਕੁਲਾੜੀ ਹੈ ਜੀ ਜੋ ਗੰਨਾ ਪੀੜਨ ਅਤੇ ਗੁੜ ਤੇ ਸ਼ੱਕਰ ਬਣਾਉਣ ਦਾ ਇੱਕ ਕਿਸਮ ਦਾ ਯੰਤਰ ਹੈ। ਠੀਕ ਹੈ ਜੀ। ਇਹ ਸੀ ਹੁਣ ਵਿਆਕਰਨ ਦਾ ਭਾਗ ਸ਼ੁਰੂ ਹੋ ਗਿਆ ਜੀ। ਅੱਗੇ ਭਾਗ ਵੀ 15 ਨੰਬਰ 40 ਦੇ ਵਿੱਚੋਂ ਤੁਹਾਡਾ 15 ਨੰਬਰ ਦਾ ਕੰਮ ਹੈ ਜੋ ਇਹ ਪੈਰਿਆਂ ਤੇ ਕਵਿਤਾ ਦੇ ਵਿੱਚ ਹੋ ਗਿਆ।
ਠੀਕ ਹੈ ਜੀ। ਹੁਣ ਅੱਗੇ ਦੇਖਦੇ ਹਾਂ ਜੀ ਵਿਆਕਰਨ। ਵਿਆਕਰਨ ਦੇ ਵਿੱਚ ਪਿਆਰੇ ਵਿਦਿਆਰਥੀਓ ਸਮਾਸੀ ਸ਼ਬਦ ਆਉਣਗੇ ਸਭ ਤੋਂ ਪਹਿਲਾਂ, ਜਿਹਦੇ ਵਿੱਚ ਤੁਹਾਨੂੰ ਹਾਂਜੀ ਸਮਾਸੀ ਸ਼ਬਦਾਂ ਦੇ ਵਿੱਚ 5 ਪ੍ਰਸ਼ਨ ਪੁੱਛੇ ਜਾਣਗੇ। 5 ਦੇ ਵਿੱਚੋਂ ਤੁਸੀਂ ਕੋਈ 4 ਪ੍ਰਸ਼ਨ ਹੱਲ ਕਰਨੇ ਨੇ। ਦੁਬਾਰੇ ਦੱਸ ਦੇਵਾਂ ਜੀ ਤੁਹਾਨੂੰ, ਇਹ ਜੋ ਪੇਪਰ ਲਿਆ ਗਿਆ ਇਹ CBSE ਵੱਲੋਂ ਆਪਣੀ ਓਫੀਸ਼ੀਅਲ ਵੈਬਸਾਈਟ ਦੇ ਉੱਪਰ ਜੋ ਸੈਂਪਲ ਕੁਐਸਚਨ ਪੇਪਰ ਅਪਲੋਡ ਕੀਤਾ ਗਿਆ ਉਹਦੇ ਵਿੱਚੋਂ ਲਿਆ ਗਿਆ। ਹਾਂਜੀ ਸਮਾਸੀ ਸ਼ਬਦ ਨੇ ਜੀ ਤੁਹਾਡੇ ਸਿਲੇਬਸ ਦੇ ਵਿੱਚ। ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜਾ ਇੱਕ ਸਮਾਸੀ ਸ਼ਬਦ ਹੈ? ਇਹ ਕਿਹੜਾ ਇੱਕ ਸ਼ਬਦ ਹੈ ਜੋ ਸਮਾਸੀ ਸ਼ਬਦ ਹੈ? ਸਮਾਸੀ ਸ਼ਬਦ ਤੁਹਾਨੂੰ ਪਤਾ ਹੀ ਹੈ, ਇਹ ਜੋੜਨੀ ਦੀ ਸਹਾਇਤਾ ਦੇ ਨਾਲ ਬਣਦਾ ਸ਼ਬਦ ਇਹ ਸਮਾਸੀ। ਅਤੇ ਇਹਦੇ ਵਿੱਚ ਇੱਕ ਸ਼ਬਦ ਹੈ ਜੀ ਇੱਜ਼ਤ ਮਾਨ, ਇਹ ਸਮਾਸੀ ਸ਼ਬਦ ਹੈ। ਅੱਗੇ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਸੀ ਸ਼ਬਦ ਸਾਰਥਕ ਅਤੇ ਨਿਰਾਰਥਕ, ਜੋ ਇਹਦੀਆਂ ਵੱਖ-ਵੱਖ ਕਿਸਮਾਂ ਨੇ ਸਮਾਸੀ ਸ਼ਬਦਾਂ ਦੀਆਂ, ਚਾਹੇ ਭਿੰਨਾਰਥਕ ਸ਼ਬਦ ਹੋਣ, ਚਾਹੇ ਵਾਕੰਸ਼ਾਂ ਦੇ ਆਧਾਰ 'ਤੇ ਹੋਣ, ਚਾਹੇ ਵਿਰੋਧਾਰਥਕ ਸ਼ਬਦਾਂ ਦੇ ਆਧਾਰ 'ਤੇ ਹੋਣ, ਚਾਹੇ ਸਾਰਥਕ ਨਿਰਾਰਥਕ ਹੋਣ, ਤਾਂ ਅੱਗੇ ਕਿਸਮਾਂ ਦੇ ਵਿੱਚੋਂ ਵੀ ਪ੍ਰਸ਼ਨ ਪੁੱਛੇ ਜਾਣਗੇ। ਹਾਂਜੀ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਦੇ ਸੁਮੇਲ ਤੋਂ ਜਿਹੜਾ ਬਣਿਆ, ਇਹਦੇ ਵਿੱਚ ਇੱਕ ਸ਼ਬਦ ਸਾਰਥਕ ਹੋਊਗਾ ਅਤੇ ਇੱਕ ਸ਼ਬਦ ਹੈ ਜਿਹੜਾ ਉਹ ਨਿਰਾਰਥਕ ਹੋਊਗਾ। ਠੀਕ ਹੈ ਜੀ। ਸਾਰਥਕ ਅਤੇ ਨਿਰਾਰਥਕ ਪਹਿਲੇ ਹੀ ਹੈ ਜੀ, ਇਹ ਇੱਟ ਖੜਿੱਕਾ। ਇੱਟ ਹੈ ਜੋ ਸਾਰਥਕ ਹੈ, ਖੜਿੱਕਾ ਹੈ ਜਿਹੜਾ ਉਹ ਨਿਰਾਰਥਕ ਸ਼ਬਦ ਹੈ। 21ਵਾਂ ਪ੍ਰਸ਼ਨ ਅੱਗੇ ਪਿਆਰੇ ਵਿਦਿਆਰਥੀਓ, ਵਿਰੋਧੀ ਸ਼ਬਦਾਂ ਦੇ ਸੁਮੇਲ ਤੋਂ ਕਿਹੜਾ ਸ਼ਬਦ ਬਣਿਆ? ਵਿਰੋਧੀ ਸ਼ਬਦ ਜਿਵੇਂ ਆਪਾਂ ਸਿੰਪਲ ਵਿਰੋਧੀ ਸ਼ਬਦ ਕਰਦੇ ਹਾਂ, ਇਹ ਦੇਖਣਾ ਤੁਸੀਂ ਇਹਦੇ ਵਿੱਚ ਕਿਹੜਾ ਵਿਰੋਧੀ ਸ਼ਬਦ ਹੈ। ਇਹ ਹੈ ਜੀ ਈੜੀ। ਤੀਜਾ ਲਾ ਲਓ ਸਵੇਰ ਸ਼ਾਮ। ਅੱਗੇ ਜੀ ਚੁਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ? ਤਾਂ ਇਹਦੇ ਵਿੱਚ ਤੁਸੀਂ ਅਤੇ ਹਟਾ ਦੇਣਾ, ਉਹਦੀ ਜਗ੍ਹਾ 'ਤੇ ਜੋੜਨੀ ਦਾ ਨਿਸ਼ਾਨ ਪਾਉਣਾ ਹੈ, ਅਤੇ ਇਹ ਬਣ ਜੂਗਾ ਜੀ ਚੌਥਾ ਚੁਗਲ ਖੋਰ। ਅੱਗੇ ਜੀ 23ਵਾਂ ਪ੍ਰਸ਼ਨ ਹੈ ਜੀ ਸਮਾਸੀ ਸ਼ਬਦ ਨਹੀਂ ਹੈ। ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਦੱਸਿਆ ਜਾਂਦਾ ਜਿਹੜੇ ਸ਼ਬਦਾਂ ਦੇ ਵਿੱਚ ਨਹੀਂ ਹੈ, ਅਜਿਹੇ ਸ਼ਬਦ ਅਜਿਹੇ ਪ੍ਰਸ਼ਨਾਂ ਦੇ ਤੁਸੀਂ ਬਹੁਤ ਹੀ ਧਿਆਨ ਦੇ ਨਾਲ ਸੋਲਵ ਕਰਨੇ ਨੇ। ਨਹੀਂ ਹੈ ਸਮਾਸੀ ਸ਼ਬਦ ਨਹੀਂ ਹੈਗਾ। ਇਹਨਾਂ ਦੇ ਵਿੱਚੋਂ ਕਿਹੜਾ ਸ਼ਬਦ ਸਮਾਸੀ ਸ਼ਬਦ ਨਹੀਂ ਹੈ? ਰੋਜੀ ਰੋਟੀ, ਰੋਟੀ ਪੂਰੀ, ਰੋਟੀ ਟੁੱਕਰ, ਰੋਟੀ ਪਾਣੀ। ਤਾਂ ਸਹੀ ਹੈ ਜੀ ਇਹਦਾ ਰੋਟੀ ਪੂਰੀ, ਕੋਈ ਵੀ ਇਹ ਸਮਾਸੀ ਸ਼ਬਦ ਨਹੀਂ ਹੈ। ਇਹ ਸੀ ਜੀ ਸਮਾਸੀ ਸ਼ਬਦ 5 ਦਿੱਤੇ ਗਏ ਸੀ, ਜਿਹਦੇ ਵਿੱਚੋਂ 4 ਕਰਨੇ ਨੇ ਤੁਸੀਂ। ਅੱਗੇ ਜੀ ਬਹੁਅਰਥਕ ਸ਼ਬਦ, ਤਾਂ ਇਹ ਵੀ 5 ਦੇ ਵਿੱਚੋਂ ਤੁਸੀਂ 4 ਕਰਨੇ ਨੇ। ਬਹੁਅਰਥਕ ਸ਼ਬਦ, ਭਾਰ ਦਾ ਬਹੁਅਰਥਕ ਨਹੀਂ ਹੈ। ਭਾਰ ਦਾ ਹੁੰਦਾ ਜੀ ਵਜਨ, ਅਹਿਸਾਨ, ਦਬਾਊ। ਤਾਂ ਇਹਦਾ ਸਹੀ ਉੱਤਰ ਆ ਜਾਊਗਾ ਜੀ ਨਹੀਂ ਹੈ ਤਾਕਤ। ਅੱਗੇ ਜੀ 25ਵਾਂ ਵੰਡ ਸ਼ਬਦ ਦਾ ਇੱਕ ਅਰਥ ਤਾਂ ਹੈ ਖਲ ਬੜੇਵੇਂ। ਠੀਕ ਹੈ ਜੀ। ਹੋਰ ਕੀ ਅਰਥ ਹੋ ਸਕਦੇ ਨੇ? ਵੰਡ ਹੁੰਦਾ ਜੀ ਜਿਹੜਾ ਪਸ਼ੂਆਂ ਨੂੰ ਵੰਡ ਪਾਈ ਜਾਂਦੀ ਹੈ, ਖਲ ਬੜੇਵੇਂ ਹੁੰਦੇ ਨੇ, ਉਹਨੂੰ ਵੰਡ ਕਹਿੰਦੇ ਨੇ। ਅਤੇ ਇਹਦੇ ਵੰਡ ਦਾ ਹੋਰ ਅਰਥ ਕੀ ਹੈ? ਇੱਕ ਅਰਥ ਦੱਸਤਾ ਇਹਨਾਂ ਨੇ, ਹੋਰ ਅਰਥ ਦੱਸਣੇ ਨੇ ਜੀ। ਵੰਡ ਦਾ ਹੋਰ ਅਰਥ ਹੁੰਦਾ ਵੰਡਣਾ, ਅਤੇ ਇੱਕ ਹੁੰਦਾ ਜੀ ਦਾਨ ਕਰਨਾ। ਤਾਂ ਪਹਿਲਾ ਹੀ ਆਪਸ਼ਨ ਹੈ ਜੀ ਇਹਦਾ ਬਿਲਕੁਲ ਸਹੀ ਹੈ। ਅੱਗੇ ਜੀ 26ਵਾਂ ਪ੍ਰਸ਼ਨ, ਅੱਜ ਬੜਾ ਡੈਸ਼ ਹੈ ਪਰ ਉਹ ਧੁੱਪ ਵਿੱਚ ਹੀ ਬਾਣ ਡੈਸ਼ ਰਹੇ ਹਨ। ਤਾਂ ਇਹ 2 ਸ਼ਬਦ ਨੇ ਜੀ, ਇਹਨਾਂ ਦੇ ਵਿੱਚ ਇੱਕ ਹੀ ਅਰਥ ਸ਼ਬਦ ਆਵੇਗਾ, ਜੋ ਉਹ ਸ਼ਬਦ ਤੁਸੀਂ ਚੁਣ ਕੇ ਲਿਖਣਾ। ਕਿਹੜਾ ਸ਼ਬਦ ਇਹਨਾਂ ਦੋਵੇਂ ਫਿਲਅਪਸ ਦੇ ਵਿੱਚ ਸਹੀ ਬੈਠੇਗਾ? ਅੱਜ ਬੜਾ ਵੱਟ ਹੈ, ਵੱਟ ਤੋਂ ਭਾਵ ਹੈ ਜੀ ਬੜੀ ਗਰਮੀ ਹੈ, ਹੁਮਸ ਹੈ, ਪਰ ਉਹ ਧੁੱਪ ਵਿੱਚ ਹੀ ਵਾਣ ਵੱਟ ਰਹੇ ਹਨ। ਤਾਂ ਦੋਵੇਂ ਖਾਲੀ ਥਾਵਾਂ ਦੇ ਵਿੱਚ ਇੱਕ ਹੀ ਸ਼ਬਦ ਆਏਗਾ, ਉਹ ਹੈ ਵੱਟ। ਅੱਗੇ ਜੀ 27ਵਾਂ ਪ੍ਰਸ਼ਨ, ਬਹੁਅਰਥਕ ਸ਼ਬਦ ਉਹ ਹੁੰਦੇ ਹਨ। ਬਹੁਅਰਥਕ ਸ਼ਬਦ ਕੀ ਹੁੰਦੇ ਨੇ ਜੀ? ਇਹ ਤੁਹਾਨੂੰ ਪਤਾ ਹੀ ਹੈ ਕਿ ਬਹੁਅਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਉਚਾਰਨ ਤਾਂ ਲਗਭਗ ਇੱਕੋ ਜਿਹਾ ਹੋਵੇ, ਪਰੰਤੂ ਉਹਨਾਂ ਦੇ ਅਰਥ ਨੇ ਜੋ ਉਹ ਵੱਖਰੇ ਵੱਖਰੇ ਹੁੰਦੇ ਨੇ। ਅੱਗੇ ਜੀ 28ਵਾਂ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਆਖਣਾ ਲਈ ਵਰਤਿਆ ਜਾਵੇਗਾ? ਆਖਣਾ, ਹਾਂਜੀ ਮੈਂ ਉਸ ਨੂੰ ਆਖਿਆ ਜਾਂ ਉਸ ਨੂੰ ਕਿਹਾ। ਕਹੀ ਸ਼ਬਦ ਹੈ ਜੀ, ਬਿਲਕੁਲ ਸਹੀ ਹੈ। ਇਹਦੇ ਵਿੱਚ ਕਹੀ ਸ਼ਬਦ ਵਰਤਿਆ ਜਾਵੇਗਾ ਆਖਣਾ ਦੇ ਲਈ। ਅੱਗੇ ਹੈ ਜੀ 29ਵਾਂ ਪ੍ਰਸ਼ਨ, ਹਾਂਜੀ ਪਿਆਰੇ ਵਿਦਿਆਰਥੀਓ ਅੱਗੇ ਆ ਗਏ ਜੀ ਮੁਹਾਵਰੇ, ਜੋ ਤੁਹਾਡੇ ਸਿਲੇਬਸ ਦੇ ਵਿੱਚ ਨੇ। 3 ਮੁਹਾਵਰੇ ਦਿੱਤੇ ਹੋਣਗੇ, 3 ਦੇ ਵਿੱਚੋਂ ਤੁਸੀਂ 2 ਮੁਹਾਵਰੇ ਕਰਨੇ ਨੇ। 2 ਨੰਬਰ 'ਤੇ ਆਉਣਗੇ ਮੁਹਾਵਰੇ ਇਹ। ਅੱਗੇ ਜੀ ਸਹੀ ਸ਼ਬਦ ਚੁਣ ਕੇ ਮੁਹਾਵਰਾ ਪੂਰਾ ਕਰਨਾ ਹੈ। ਸੱਜੀ ਡੈਸ਼ ਹੋਣਾ, ਹਾਂਜੀ ਇਹ ਹੁੰਦਾ ਹੈ ਜੀ ਸੱਜੀ ਬਾਂਹ ਹੋਣਾ। ਖੱਬੀ ਬਾਂਹ ਹੋਣਾ ਵੀ ਆ ਸਕਦਾ ਅਤੇ ਸੱਜੀ ਬਾਂਹ ਹੋਣਾ ਵੀ ਆ ਸਕਦਾ ਹੈ। ਤਾਂ ਸਹੀ ਉੱਤਰ ਹੈ ਜੀ ਇਹਦਾ ਬਾਂਹ। ਅੱਗੇ ਜੀ 30ਵਾਂ ਮੁਹਾਵਰਾ, ਕੇਂਦਰ ਸੁਪਰਡੈਂਟ ਨੇ ਨਿਗਰਾਨ ਅਮਲੇ ਨੂੰ ਕਿਹਾ ਕਿ 10ਵੀਂ ਜਮਾਤ ਦੇ ਪ੍ਰਸ਼ਨ ਪੱਤਰ ਆ ਗਏ ਹਨ, ਕਿਸੇ ਨੂੰ ਇਸ ਦੀ ਡੈਸ਼। ਤਾਂ ਇਹ ਮੁਹਾਵਰਾ ਜੀ ਤੁਸੀਂ ਪੂਰਾ ਕਰਨਾ, ਕਿਸੇ ਨੂੰ ਇਸ ਦੀ ਕੰਨੋ ਕੰਨੀ ਖਬਰ ਨਾ ਹੋਵੇ। ਹਾਂਜੀ ਕਿਸੇ ਨੂੰ ਇਹਦੀ ਕੰਨੋ ਕੰਨੀ ਖਬਰ ਨਾ ਹੋਵੇ। 31ਵਾਂ ਜੀ ਅੱਗੇ, ਬੇਫਿਕਰ ਹੋ ਕੇ ਸੌਣ ਦੇ ਲਈ
ਕਿਹੜੇ ਮੁਹਾਵਰੇ ਦੀ ਵਰਤੋਂ ਕੀਤੀ ਜਾਂਦੀ ਹੈ? ਇਹ ਕੀਤੀ ਜਾਂਦੀ ਹੈ ਜੀ ਘੋੜੇ ਵੇਚ ਕੇ ਸੋਨਾ। ਧਿਆਨ ਰੱਖਣਾ ਜੀ, ਦੋਵੇਂ ਮਿਲਦੇ ਸ਼ਬਦ ਨੇ ਇਹ, ਘੋੜੇ ਵੇਚਣਾ ਤੇ ਸੋਨਾ, ਘੋੜੇ ਵੇਚ ਕੇ ਸੋਨਾ। ਤਾਂ ਸਹੀ ਹੈ ਜੀ ਜਵਾਬ ਇਹਦਾ ਪਹਿਲਾ, ਘੋੜੇ ਵੇਚ ਕੇ ਸੋਨਾ। ਹੁਣ ਚੱਲਦੇ ਹਾਂ ਜੀ ਆਪਾਂ ਪਾਠ ਪੁਸਤਕਾਂ ਦੇ ਵਿੱਚੋਂ ਜਿਹੜੇ ਪ੍ਰਸ਼ਨ ਹੈਗੇ, ਭਾਗ ਤੀਜਾ ਇਹ ਪਾਠ ਪੁਸਤਕਾਂ ਦੇ ਵਿੱਚੋਂ ਇਹਦੇ ਵਿੱਚ ਪ੍ਰਸ਼ਨ ਪੁੱਛੇ ਜਾਣਗੇ ਤੁਹਾਨੂੰ। ਕੁੱਲ ਪ੍ਰਸ਼ਨ ਨੇ ਜੋ ਪਾਠ ਪੁਸਤਕਾਂ ਦੇ ਵਿੱਚੋਂ 16 ਨੰਬਰ ਦੇ ਜੋ ਪ੍ਰਸ਼ਨ ਨੇ ਤੁਹਾਨੂੰ ਪਾਠ ਪੁਸਤਕਾਂ ਦੇ ਵਿੱਚੋਂ ਪੁੱਛੇ ਜਾਣੇ ਨੇ ਜੀ। ਹਾਂਜੀ, ਪਹਿਲਾਂ ਕਵਿਤਾਵਾਂ ਦੇ ਵਿੱਚੋਂ ਪ੍ਰਸ਼ਨ ਨੇ ਜੀ, ਸੋ ਕਿਉ ਮੰਦਾ ਆਖੀਐ। ਤਾਂ ਤੁਸੀਂ ਪਿਆਰੇ ਵਿਦਿਆਰਥੀਓ, ਜਿਹੜੇ ਵਿਦਿਆਰਥੀਆਂ ਨੇ ਹਾਲੇ ਤੱਕ ਇਹਦਾ ਟਰਮ 1 ਦਾ ਸਿਲੇਬਸ ਨਹੀਂ ਦੇਖਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਤੁਸੀਂ ਟਰਮ 1 ਦਾ ਜੋ ਸਿਲੇਬਸ ਦੇਖ ਸਕਦੇ ਹੋ। ਪਹਿਲਾਂ ਪਾਇਆ ਸੀ ਜਿਹੜਾ ਅਪ੍ਰੈਲ ਦੇ ਵਿੱਚ ਸਿਲੇਬਸ ਅਸੀਂ ਪੂਰੇ ਈਅਰ ਦਾ ਸੀ, ਪਰੰਤੂ ਉਸ ਤੋਂ ਬਾਅਦ ਜੁਲਾਈ ਮਹੀਨੇ ਦੇ ਵਿੱਚ ਇਹਨਾਂ ਨੇ ਟਰਮ 1 ਅਤੇ ਟਰਮ 2 ਕਰ ਦਿੱਤੀ ਗਈ ਸੀ। ਉਹਦਾ ਪੂਰਾ ਸਿਲੇਬਸ ਟਰਮ 1 ਦਾ ਅਤੇ ਟਰਮ 2 ਦਾ ਤੁਸੀਂ ਇਸ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ। ਹਾਂਜੀ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਇਸੇ ਤਰ੍ਹਾਂ ਦੇ ਹੋਰ ਤੁਹਾਡੇ ਲਈ ਸੈਂਪਲ ਪੇਪਰ ਬਣਾ ਸਕੀਏ ਪੰਜਾਬੀ ਦੇ। ਸੋ ਕਿਉ ਮੰਦਾ ਆਖੀਐ ਬਾਣੀ, ਕਿਸ ਗੁਰੂ ਸਾਹਿਬ ਦੀ ਰਚਨਾ ਹੈ। ਤੁਹਾਡੇ ਸਿਲੇਬਸ ਦੇ ਵਿੱਚੋਂ ਹੈ ਜੀ ਸਾਰਾ ਪੇਪਰ ਇਹ। ਸੋ ਕਿਉ ਮੰਦਾ ਆਖੀਐ ਬਾਣੀ ਕਿਸ ਦੀ ਰਚਨਾ ਹੈ, ਇਹ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ। ਸੋ ਕਿਉ ਮੰਦਾ ਆਖੀਐ ਜਿਤ ਜੰਮੀ ਰਾਜਾਨ। ਅੱਗੇ ਜੀ 33ਵਾਂ ਪ੍ਰਸ਼ਨ ਹੈ ਜੀ, ਸੋ ਕਿਉ ਮੰਦਾ ਆਖੀਐ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇਸਤਰੀ ਤੋਂ ਬਿਨਾਂ ਕੇਵਲ ਕਿਸ ਦੀ ਹੋਂਦ ਸਵੀਕਾਰ ਕੀਤੀ ਹੈ। ਤਾਂ ਜੇਕਰ ਤੁਸੀਂ ਪੂਰੀ ਰਚਨਾ ਪੜ੍ਹੋਗੇ ਤਾਂ ਤੁਹਾਨੂੰ ਉਹਦੇ ਵਿੱਚ ਪਤਾ ਲੱਗੇਗਾ ਜੀ ਕਿ ਗੁਰੂ ਸਾਹਿਬ ਨੇ ਇਸਤਰੀ ਤੋਂ ਬਿਨਾਂ ਕੇਵਲ ਪਰਮ ਪਿਤਾ ਪਰਮਾਤਮਾ ਦੀ, ਪਰਮ ਪਿਤਾ ਪਰਮੇਸ਼ਵਰ ਦੀ ਹੀ ਹੋਂਦ ਸਵੀਕਾਰ ਕੀਤੀ ਹੈ। 34ਵਾਂ ਪ੍ਰਸ਼ਨ ਹੈ ਜੀ, ਹੇਠ ਲਿਖੇ ਵਿਕਲਪਾਂ ਵਿੱਚੋਂ ਕਿਹੜੀ ਰਚਨਾ ਸ਼੍ਰੀ ਗੁਰੂ ਅਮਰਦਾਸ ਜੀ ਦੀ ਹੈ। ਇਹ ਰਚਨਾ ਹੈ ਜੀ ਕਿਰਪਾ ਕਰਕੇ ਬਖਸ਼ ਲੈ। ਕਿਰਪਾ ਕਰਕੇ ਬਖਸ਼ ਲੈ ਸ਼੍ਰੀ ਗੁਰੂ ਅਮਰਦਾਸ ਜੀ ਦੀ ਰਚਨਾ ਹੈ ਜੋ ਕਿ ਤੁਹਾਡੇ ਸਿਲੇਬਸ ਦੇ ਵਿੱਚ ਹੈ। ਅੱਗੇ ਹੈ ਜੀ ਕਿਰਪਾ ਕਰਕੇ ਬਖਸ਼ ਲੈ ਬਾਣੀ ਵਿੱਚ ਖਤੇ ਸ਼ਬਦ ਦਾ ਕੀ ਅਰਥ ਹੈ। ਖਤੇ ਤੋਂ ਭਾਵ ਹੈ ਜੀ ਇਹਦੇ ਵਿੱਚ ਭੁੱਲ। ਅਸੀਂ ਖਤੇ ਬਹੁਤ ਕਮਾਵਦੇ, ਭਾਵ ਅਸੀਂ ਬਹੁਤ ਭੁੱਲਾਂ ਕਰਦੇ ਹਾਂ। ਅਗਲਾ ਪ੍ਰਸ਼ਨ ਹੈ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਕਿਹਨਾਂ ਦੇ ਮੁੱਖ ਉਜਲੇ ਹੁੰਦੇ ਹਨ। ਉਹਨਾਂ ਦੇ ਮੁੱਖ ਉਜਲੇ ਹੁੰਦੇ ਨੇ ਜਿਹੜੇ ਪ੍ਰਭੂ ਦੀ ਸਿਫਤ ਕਰਦੇ ਹਨ, ਪ੍ਰਭੂ ਦਾ ਨਾਮ ਸਿਮਰਨ ਕਰਦੇ ਹਨ, ਪ੍ਰਭੂ ਦੇ ਨਾਮ ਦੀ ਮਹਿਮਾ ਗਾਉਂਦੇ ਹਨ, ਉਹਨਾਂ ਦੀ ਮੁੱਖ ਉਜਲੇ ਹੁੰਦੇ ਹਨ। ਹਾਂਜੀ, ਅਸੀਂ 4 ਪ੍ਰਸ਼ਨ ਜੀ। ਅੱਗੇ ਆ ਗਏ ਜੀ ਵਾਰਤਕ ਦੇ ਵਿੱਚੋਂ ਪ੍ਰਸ਼ਨ ਉੱਤਰ। ਘਰ ਦਾ ਪਿਆਰ ਲੇਖ ਕਿਸ ਦਾ ਲਿਖਿਆ ਹੋਇਆ ਹੈ। ਇਹ ਲਿਖਿਆ ਹੋਇਆ ਜੀ ਪ੍ਰਿੰਸੀਪਲ ਤੇਜਾ ਸਿੰਘ ਦਾ, ਜੋ ਕਿ ਘਰ ਦਾ ਪਿਆਰ ਲੇਖ ਸੰਗ੍ਰਹਿ ਦੇ ਵਿੱਚ ਦਰਜ ਹੈ। ਅੱਗੇ ਜੀ ਘਰ ਦਾ ਪਿਆਰ ਲੇਖ ਅਨੁਸਾਰ ਮੁੰਡਿਆਂ ਅਤੇ ਵਿਦਿਆਰਥੀਆਂ ਅੰਦਰ ਗੈਰ ਜ਼ਿੰਮੇਵਾਰੀ ਵਾਲਾ ਵਤੀਰਾ ਕਿਉਂ ਪੈਦਾ ਹੋ ਜਾਂਦਾ ਹੈ। ਇਹ ਤਾਂ ਵਤੀਰਾ ਪੈਦਾ ਹੁੰਦਾ ਜੀ ਕਿਉਂਕਿ ਉਹ ਬੋਰਡਿੰਗ ਦੀ ਰਹਿਣੀ ਬਹਿਣੀ ਦੇ ਕਾਰਨ ਘਰ ਤੋਂ ਬਾਹਰ ਰਹਿੰਦੇ ਨੇ, ਉਹ ਬੋਰਡਿੰਗ ਸਕੂਲਾਂ ਦੇ ਵਿੱਚ ਪੜ੍ਹਦੇ ਨੇ, ਤਾਂ ਉਹਨਾਂ ਦੇ ਵਿੱਚ ਅਜਿਹਾ ਵਤੀਰਾ ਜੋ ਪੈਦਾ ਹੋ ਜਾਂਦਾ ਹੈ। 39ਵਾਂ ਪ੍ਰਸ਼ਨ ਹੈ ਜੀ, ਕਿਹੜਾ ਫਿਲਾਸਫਰ ਆਪਣੀ ਪਤਨੀ 'ਤੇ ਖਿਜਿਆ ਰਹਿੰਦਾ ਸੀ। ਤਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਇੱਕ ਸਲਾਹ ਦਿੱਤੀ ਜਾਂਦੀ ਹੈ ਕਿ ਚੈਪਟਰ ਵੱਧ ਤੋਂ ਵੱਧ ਤੁਸੀਂ ਰੀਡ ਕਰਨੇ ਨੇ। ਜਿੰਨੇ ਵਾਰ ਚੈਪਟਰ ਤੁਸੀਂ ਰੀਡ ਕਰੋਗੇ ਉਨੀ ਵਾਰੀ ਤੁਹਾਡੇ ਕੁਐਸਚਨ ਨੇ ਜੋ ਪੱਕੇ ਹੁੰਦੇ ਜਾਣਗੇ। ਤਾਂ ਚੈਪਟਰ ਪਿਆਰੇ ਵਿਦਿਆਰਥੀਓ ਜ਼ਰੂਰ ਧਿਆਨ ਦੇ ਨਾਲ ਕਰਿਓ ਅਤੇ ਸੈਲਫ ਨੋਟਿਸ ਬਣਾਈਓ ਤੁਸੀਂ ਆਪਣੇ ਨੋਟਸ। ਹਾਂਜੀ, ਕਿਹੜਾ ਫਿਲਾਸਫਰ ਹੈ ਜੋ ਆਪਣੀ ਪਤਨੀ ਦੇ ਉੱਪਰ ਖਿਜਿਆ ਰਹਿੰਦਾ ਸੀ। ਇਹ ਸੀ ਜੀ ਕਾਰਲਾਈਲ। ਅੱਗੇ ਜੀ ਬੋਲੀ ਦਾ ਖਜ਼ਾਨਾ ਕਿਸ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੁੰਦਾ ਹੈ। ਇਹ ਬੋਲੀ ਵਾਲੇ ਪਾਠ ਦੇ ਵਿੱਚੋਂ ਲਿਆ ਗਿਆ ਜੀ। ਇਹ ਹੁੰਦਾ ਜੀ ਬਚਪਨ ਦੇ ਵਿੱਚ, ਬਚਪਨ ਤੋਂ ਹੀ ਬੋਲੀ ਦਾ ਚੌਗਿਰਦਾ ਜੋ ਜੁੜਨਾ ਸ਼ੁਰੂ ਹੁੰਦਾ ਹੈ। 41ਵਾਂ ਪ੍ਰਸ਼ਨ ਹੈ ਜੀ ਕਿ ਬੋਲੀ ਲੇਖ ਅਨੁਸਾਰ ਸਾਡੀ ਦੌਲਤ ਕੀ ਹੈ। ਇਹ ਦੌਲਤ ਹੈ ਜੀ ਸਾਡੀ ਤਜਰਬਾ ਹੀ ਸਾਡੀ ਦੌਲਤ ਹੈ। ਅੱਗੇ ਜੀ 42ਵਾਂ ਪ੍ਰਸ਼ਨ, ਵੇਖਣਾ, ਖੇਡਣਾ, ਮਿਲਣਾ, ਪਿਆਰਨਾ, ਕੁਝ ਜੋੜਨਾ, ਕੁਝ ਤੋੜਨਾ ਆਦਿ ਅਸਲੀ ਤਜਰਬੇ ਸਾਡੀ ਸ਼ਖਸੀਅਤ ਨੂੰ ਕੀ ਬਣਾਉਂਦੇ ਹਨ। ਇਹ ਬਣਾਉਂਦੇ ਨੇ ਜੀ ਸਾਡੀ ਸ਼ਖਸੀਅਤ ਨੂੰ ਅਮੀਰ ਬਣਾਉਂਦੇ ਹਨ। ਇਹ ਸੀ ਜੀ 5 ਪ੍ਰਸ਼ਨ ਵਾਰਤਕ ਦੇ ਵਿੱਚੋਂ। ਹੁਣ ਆ ਗਏ ਜੀ ਅੱਗੇ 4 ਪ੍ਰਸ਼ਨ ਹੱਲ ਕਰਨੇ ਨੇ ਤੁਸੀਂ। 4 ਪ੍ਰਸ਼ਨ ਦਿੱਤੇ ਹੋਏ ਨੇ ਜੀ, 3 ਪ੍ਰਸ਼ਨ ਹੱਲ ਕਰਨੇ ਨੇ ਇਹਦੇ ਵਿੱਚੋਂ। ਠੀਕ ਹੈ ਜੀ, 4 ਦੇ ਵਿੱਚੋਂ 3 ਪ੍ਰਸ਼ਨ ਹੱਲ ਕਰਨੇ ਨੇ ਜੋ ਕਹਾਣੀ ਦੇ ਵਿੱਚੋਂ ਪ੍ਰਸ਼ਨ ਤੁਹਾਨੂੰ ਪੁੱਛੇ ਗਏ ਨੇ। ਪਹਿਲਾ ਪ੍ਰਸ਼ਨ ਹੈ ਜੀ, ਕੁਲਫੀ ਕਹਾਣੀ ਦਾ ਰਚਨਾਕਾਰ ਹੈ। ਕੁਲਫੀ ਕਹਾਣੀ ਕਿਸ ਦੀ ਰਚਨਾ ਹੈ ਜੀ, ਸੁਜਾਨ ਸਿੰਘ ਦੀ। ਤਾਂ ਪਿਆਰੇ ਵਿਦਿਆਰਥੀਓ, ਕਵੀਆਂ ਦੇ ਨਾਲ ਸੰਬੰਧਿਤ ਜਾਣਕਾਰੀ ਵੀ ਤੁਸੀਂ ਜ਼ਰੂਰ ਯਾਦ ਕਰਨੀ ਹੈ ਜੋ ਕਿ ਪਾਠ ਦੇ ਸ਼ੁਰੂ ਦੇ ਵਿੱਚ ਦਿੱਤੀ ਗਈ ਹੈ। ਅੱਗੇ ਜੀ ਲੇਖਕ ਵੱਲੋਂ ਆਪਣੇ ਦੋਸਤ ਤੋਂ ਮੰਗ ਕੇ ਲਿਆਂਦੇ ਰੁਪਏ ਕਿਸ ਨੇ ਲੈ ਲਏ।
ਇਹ ਲੈ ਲਏ ਸੀ ਜੀ ਪਤਨੀ ਨੇ ਘਰ ਦੇ ਰਾਸ਼ਨ ਪਾਣੀ ਦੇ ਲਈ। ਉਹਨੇ 3 ਰੁਪਏ ਆਪਣੇ ਦੋਸਤ ਤੋਂ ਉਧਾਰ ਲਏ ਸੀ। ਅੱਗੇ ਜੀ ਕੁਲਫੀ ਕਹਾਣੀ ਵਿੱਚ ਕਾਕੇ ਨੇ ਮੁਰਮਰੇ ਲਈ ਲੇਖਕ ਤੋਂ ਕਿੰਨੇ ਪੈਸੇ ਮੰਗੇ? ਤਾਂ ਕਾਕੇ ਨੇ ਮੰਗਿਆ ਸੀ ਜੀ 1 ਟਕਾ। ਉਹ ਦਾਰ ਜੀ ਕਹਿੰਦਾ ਦਾਰ ਜੀ 1 ਟਕਾ ਦਿਓ, ਤਾਂ 1 ਟਕਾ ਮੰਗਿਆ ਸੀ ਜੀ ਉਸਨੇ। ਅੱਗੇ ਜੀ 46ਵਾਂ ਪ੍ਰਸ਼ਨ, ਪੈਸੇ ਦੀ ਤੰਗੀ ਡੈਸ਼ ਤੋਂ ਭੈੜੀ ਹੁੰਦੀ ਹੈ? ਤਾਂ ਪੈਸੇ ਦੀ ਤੰਗੀ ਹੈ ਜੀ ਲੇਖਕ ਦੇ ਅਨੁਸਾਰ ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਇਸ ਤਰ੍ਹਾਂ ਜੀ ਤੁਸੀਂ 4 ਦੇ ਵਿੱਚੋਂ ਇਹ 3 ਪ੍ਰਸ਼ਨ ਕਰਨੇ ਸੀ। ਹੁਣ ਅੱਗੇ ਜੀ ਆਪਣੇ ਅਖੀਰਲੇ ਪ੍ਰਸ਼ਨ ਇਕਾਂਗੀ ਦੇ ਵਿੱਚੋਂ ਪ੍ਰਸ਼ਨ ਨੇ ਜੀ। ਇਹ 4 ਪ੍ਰਸ਼ਨ ਦਿੱਤੇ ਗਏ ਨੇ ਜਿਹਦੇ ਵਿੱਚੋਂ ਤੁਸੀਂ 3 ਪ੍ਰਸ਼ਨ ਹੱਲ ਕਰਨੇ ਨੇ। ਜ਼ਫਰਨਾਮਾ ਇਕਾਂਗੀ ਦਾ ਇਕਾਂਗੀਕਾਰ ਹੈ? ਤਾਂ ਪਿਆਰੇ ਵਿਦਿਆਰਥੀਓ, ਤੁਹਾਨੂੰ ਕਿਤਾਬ ਦਾ ਨਾਮ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਕਿਹੜੇ ਰਾਈਟਰ ਦੀ ਕਿਹੜੀ ਰਚਨਾ, ਇਹਦੇ ਬਾਰੇ ਵੀ ਜ਼ਰੂਰ ਪ੍ਰਸ਼ਨ ਆਉਣਗੇ ਪੇਪਰਾਂ ਦੇ ਵਿੱਚ। ਹਾਂਜੀ, ਜ਼ਫਰਨਾਮਾ ਇਕਾਂਗੀ ਹੈ ਜੀ ਹਰਚਰਨ ਸਿੰਘ ਦੀ ਰਚਨਾ। ਹਰਚਰਨ ਸਿੰਘ ਦੀ ਰਚਨਾ ਹੈ ਜੀ ਇਹ ਜ਼ਫਰਨਾਮਾ ਇਕਾਂਗੀ। ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਕਿਸ ਥਾਂ 'ਤੇ ਮਿਲਣਾ ਚਾਹੁੰਦੇ ਸੀ? ਇਹ ਹੈ ਜੀ ਮਾਲਵੇ ਦੇ ਦੀਨਾ ਕਾਂਗੜ ਵਿਖੇ। ਇਕੱਲਾ ਦੀਨਾ ਕਾਂਗੜ ਵੀ ਆ ਸਕਦਾ, ਮਾਲਵੇ ਦੇ ਦੀਨਾ ਕਾਂਗੜ ਵਿਖੇ ਵੀ ਆ ਸਕਦਾ, ਉੱਥੇ ਮਿਲਣਾ ਚਾਹੁੰਦੇ ਸੀ। ਅੱਗੇ ਜੀ 49ਵਾਂ ਪ੍ਰਸ਼ਨ, ਜ਼ਫਰਨਾਮਾ ਇਕਾਂਗੀ ਦੀ ਘਟਨਾ ਕਦੋਂ ਵਾਪਰੀ? ਤਾਂ ਜਿਹੜੀ ਇਹ ਜ਼ਫਰਨਾਮਾ ਇਕਾਂਗੀ ਹੈ ਇਹ ਘਟਨਾ ਵਾਪਰੀ ਸੀ ਜੀ 1706 ਈਸਵੀ ਦੇ ਵਿੱਚ। ਈਸਾ ਪੂਰਵ ਨਹੀਂ ਲਿਖਣਾ ਜੀ, ਧਿਆਨ ਰੱਖਣਾ, ਈਸਵੀ ਦੇ ਵਿੱਚ ਵਾਪਰੀ ਸੀ। ਜਦ ਕਿ ਇਹ ਜ਼ਫਰਨਾਮਾ ਇਕਾਂਗੀ ਹੈ ਜੋ ਲਿਖੀ ਗਈ ਹੈ ਉਹ 1966 ਈਸਵੀ ਦੇ ਵਿੱਚ ਲਿਖੀ ਗਈ ਹੈ ਇਹ ਜ਼ਫਰਨਾਮਾ ਇਕਾਂਗੀ। ਪਰ ਜਿਹੜੀ ਇਹਦੇ ਵਿੱਚ ਘਟਨਾ ਦਾ ਵਰਣਨ ਕੀਤਾ ਗਿਆ ਹੈ ਉਹ ਹੈ ਜੀ 1706 ਈਸਵੀ ਦੇ ਵਿੱਚ। ਲਾਸਟ ਪ੍ਰਸ਼ਨ ਹੈ ਜੱਗੇ, ਔਰੰਗਜ਼ੇਬ ਨੂੰ ਜ਼ਫਰਨਾਮਾ ਕਿਸ ਦੁਆਰਾ ਲਿਖਿਆ ਗਿਆ? ਕਿਸ ਨੇ ਜ਼ਫਰਨਾਮਾ ਲਿਖਿਆ ਸੀ? ਇਹ ਲਿਖਿਆ ਸੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਜੋ ਕਿ 10ਵੇਂ ਪਾਤਸ਼ਾਹ ਸੀ। ਇਹ ਸੀ ਪਿਆਰੇ ਵਿਦਿਆਰਥੀਓ ਸੈਂਪਲ ਕੁਐਸਚਨ ਪੇਪਰ ਹੈ ਜੋ 10th ਕਲਾਸ ਦੇ ਲਈ। ਉਮੀਦ ਕਰਦਾ ਕਿ ਤੁਹਾਨੂੰ ਜ਼ਰੂਰ ਇਹਦੇ ਵਿੱਚੋਂ ਕੁਝ ਹੈਲਪ ਮਿਲੇਗੀ। ਤਾਂ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਵੱਧ ਤੋਂ ਵੱਧ ਆਪਣੇ ਦੋਸਤਾਂ ਦੇ ਤੱਕ ਸ਼ੇਅਰ ਕਰੋ ਤਾਂ ਜੋ ਹੋਰ ਸੈਂਪਲ ਪੇਪਰ ਨੇ ਜੋ ਤੁਹਾਡੇ ਪ੍ਰੈਕਟਿਸ ਦੇ ਲਈ, ਤੁਹਾਡੇ ਅਭਿਆਸ ਦੇ ਲਈ ਅਸੀਂ ਬਣਾ ਸਕੀਏ। ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਅਤੇ ਸਿਲੇਬਸ ਜ਼ਰੂਰ ਦੇਖਣਾ ਜੀ। ਅਤੇ ਵੱਧ ਤੋਂ ਵੱਧ ਤੁਸੀਂ ਚੈਪਟਰ ਹੈ ਜੋ ਰੀਡ ਕਰਨ ਦੇ ਵੱਲ ਧਿਆਨ ਦੇਣਾ ਹੈ।